जी आए ਨੂੰ प्यारे विद्यार्थियों। 7th क्लास ਦੀ मैथ ਦੀ बुक ਦਾ चैप्टर नंबर 5 ਲਾਈਨਸ ਐਂਡ ਐਂਗਲਸ। ਇਸ ਚੈप्टर ਦਾ ਅਗਲਾ ਸੈਕਸ਼ਨ ਜਿਹੜਾ ਹੈ ਨੋਟਸ ਪਾਰਟ 2। ਇਹਦੇ ਵਿੱਚ ਜੋ ਡੈਫੀਨੇਸ਼ਨਸ ਤੇ ਜੋ ਟਰਮਸ ਹੈਗੀਆਂ ਨੇ ਜਾਂ ਜਿਹੜੇ ਕਨਸੈਪਟਸ ਹੈਗੇ ਨੇ, ਕੋਈ ਸਿਧਾਂਤ ਸਮਝਣ ਵਾਲੇ ਨੇ, ਉਹ ਇਸ ਵੀਡੀਓ ਵਿੱਚ ਅਸੀਂ ਪੂਰੇ ਕਰਾਂਗੇ। ਤੇ ਦੂਜੇ ਪਾਰਟ ਦੇ ਨਾਲ ਤੁਹਾਡਾ ਇਸ ਚੈप्टर ਦੇ ਸਾਰੇ ਨੋਟਸ ਐਂਡ ਡੈਫੀਨੇਸ਼ਨਸ ਖਤਮ ਹੋ ਜਾਣਗੀਆਂ। ਸੋ ਮੈਂ ਆਸ ਕਰਦਾ ਕਿ ਨੋਟਸ ਪਾर्ट 1 ਨੂੰ ਤੁਸੀਂ ਚੰਗੀ ਤਰ੍ਹਾਂ ਦੇਖ ਲਿਆ ਅਤੇ ਸਮਝ ਲਿਆ ਹੋਵੇਗਾ। ਜੇ ਨੋਟਸ ਪਾर्ट 1 ਨਹੀਂ ਦੇਖਿਆ ਤਾਂ ਪਹਿਲੇ ਉਹ ਦੇਖੋ ਤੇ ਫਿਰ ਨੋਟਸ ਪਾर्ट 2 ਤੁਹਾਨੂੰ ਇਹ ਵਾਲਾ ਸਮਝ ਆਏਗਾ। ਸੋ ਆਓ ਸ਼ੁਰੂ ਕਰੀਏ। ਸੋ ਇਸ ਵੀਡੀਓ ਦੀ ਪਹਿਲੀ ਟਰਮ ਹੈਗੀ ਇੰਟਰਸੈਕਟਿੰਗ ਲਾਈਨਸ। ਠੀਕ ਹੈ, ਵੈਨ ਟੂ ਲਾਈਨਸ ਕ੍ਰਾਸ ਈਚ ਅਦਰ, ਇਹਦਾ ਕ੍ਰਾਸ ਕਰ ਰਹੀਆਂ। ਠੀਕ ਹੈ, ਵੈਨ ਟੂ ਲਾਈਨਸ ਕ੍ਰਾਸ ਈਚ ਅਦਰ ਐਟ ਅ ਪੁਆਇੰਟ, ਇੱਕ ਪੁਆਇੰਟ ਤੇ ਕ੍ਰਾਸ ਕਰਦੀਆਂ, they are called intersecting lines। ਇਹਨਾਂ ਨੂੰ ਫਿਰ ਕਿਹਾ ਜਾਂਦਾ ਹੈ intersecting lines। ਠੀਕ ਹੈ, and the point at which they cross, ਤੇ ਜਿਹੜੇ ਪੁਆਇੰਟ ਤੇ ਉਹ ਕ੍ਰਾਸ ਕਰਦੀਆਂ ਨੇ, ਕੱਟਦੀਆਂ ਨੇ, is called the point of intersection। ਸੋ ਇਹ ਟਰਮਸ ਨੂੰ ਤੁਹਾਨੂੰ ਪਤਾ ਹੋਣਾ ਚਾਹੀਦਾ ਹੈ। ਇਹ intersecting lines ਹੈਗੀਆਂ ਨੇ ਤੇ ਇਹ ਪੁਆਇੰਟ ਹੈਗਾ, ਇਹਨੂੰ ਕਿਹਾ ਜਾਂਦਾ point of intersection। in the given figure, ਇਹ ਜੋ ਤਸਵੀਰ ਦਿੱਤੀ ਹੋਈ ਹੈ CD and EF, CD एक लाइन होगी CD एंड EF, दूजी लाइन हो गई आर इंटरसेक्टिंग लाइन्स। इंटरसेक्टिंग लाइन्स ने क्योंकि दे आर क्रॉसिंग ईच अदर, एंड ओ ਜਿਹੜਾ ਉਹ ਹੈਗਾ इज द पॉइंट ऑफ इंटरसेक्शन, ਇਹ ਕਾਟ ਬਿੰਦੂ ਹੈ। ਸੋ ਉਹ ਕਾਟ ਬਿੰਦੂ ਹੈ ਤੇ ਇਹ ਕਾਟਵੀਆਂ ਰੇਖਾਵਾਂ ਹਨ। ਸੋ ਇੰਟਰਸੈਕਟਿੰਗ ਲਾਈਨਸ ਤੇ ਪੁਆਇੰਟ ਆਫ ਇੰਟਰਸੈਕਸ਼ਨ, ਇਹ ਜਿਹੜਾ ਟਰਮ ਹੈਗੀ ਹੈ ਪੁਆਇੰਟ ਆਫ ਇੰਟਰਸੈਕਸ਼ਨ ਤੇ ਇੰਟਰਸੈਕਟਿੰਗ ਲਾਈਨਸ ਨੂੰ ਚੰਗੀ ਤਰ੍ਹਾਂ ਦਿਮਾਗ 'ਚ ਬਿਠਾ ਲਓ। ਹੁਣ ਆ ਗਿਆ perpendicular lines। perpendicular lines is a special case of intersecting lines, मतलब कि intersecting lines ਦਾ ਇੱਕ ਖਾਸ ਕੇਸ। when the intersecting lines make a right angle, ਹੁਣ right angle ਅਸੀਂ ਪੜ੍ਹ ਚੁੱਕੇ ਹਾਂ ਨੋਟਸ ਪਾर्ट 1 ਵਿੱਚ। right angle ਦੀ measurement ਹੁੰਦੀ ਹੈ 90 ਡਿਗਰੀ। ਠੀਕ ਹੈ, so when the intersecting lines make a right angle at the point of intersection, they are called perpendicular lines। so simple। So when intersecting lines make a right angle at the point of intersection, they are known as intersecting lines। in the given figure, CD is perpendicular to EB, CD is perpendicular to AB। ठीक है, which is written as CD perpendicular AB। ਇਹ ਜਿਹੜਾ ਉਲਟਾ T ਹੈ, ਪੁੱਠਾ T, ਇਹ perpendicular ਦਾ ਸਿੰਬਲ ਹੈ। ਸੋ ਇੰਨਾ ਵੱਡਾ perpendicular ਲਿਖਣ ਦੀ ਜਗ੍ਹਾ ਅਸੀਂ ਇਹ ਇੱਦਾਂ ਲਿਖ ਸਕਦੇ ਹਾਂ perpendicular। ਇਹਦਾ ਮਤਲਬ ਇਹਨੂੰ ਇੱਦਾਂ ਪੜ੍ਹਨਾ ਹੈ CD perpendicular to AB, ਅਰਥਾਤ AB ਇਸ ਤਰ੍ਹਾਂ ਹੈ ਤੇ CD ਇਹਦੇ ਉੱਪਰ ਇੱਦਾਂ ਹੈ ਤੇ ਇਹ ਐਂਗਲ 90 ਡਿਗਰੀ ਹੈ ਤੇ ਇਹ ਵੀ 90 ਹੋ ਜਾਏਗਾ, ਇਹ ਵੀ 90 ਹੋ ਜਾਏਗਾ, ਇਹ ਵੀ 90 ਹੋ ਜਾਏਗਾ। ਐਂਡ ਐਂਗਲ COB, ਐਂਗਲ COB is equal to angle COA, COA is equal to BOD, is equal to BOD, is equal to DOA, is equal to DOA is equal to 90 degree। ਸੋ ਇਹ ਚਾਰੋਂ ਕੋਣ ਜਿਹੜੇ ਨੇ, ਇਹ 4 ਐਂਗਲਸ, ਇਹ 90 ਡਿਗਰੀ 90 ਡਿਗਰੀ ਹੁੰਦੇ ਨੇ। ਸੋ ਇਟ ਇਜ਼ ਅ ਸਪੈਸ਼ਲ ਕੇਸ ਆਫ ਇੰਟਰਸੈਕਟਿੰਗ ਲਾਈਨਸ when the two intersecting lines make an angle of 90 degree at the point of intersection, they are known as perpendicular lines। अगला देखिए parallel lines। two lines in a given plane, ਇੱਕ ਸਿੰਗਲ ਪਲੇਨ, ਮਤਲਬ ਕਿ ਇੱਕ ਜਿੱਦਾਂ ਇੱਕ ਸ਼ੀਟ ਲੈ ਲਓ, ਕੋਈ ਟੇਬਲ ਲੈ ਲਓ, ਕੋਈ ਦੀਵਾਰ ਲੈ ਲਓ, ਕੋਈ ਫਰਸ਼ ਲੈ ਲਓ, ਸਿੰਗਲ ਪਲੇਨ। ਠੀਕ ਹੈ, two lines in a given plane are said to be parallel if they never meet। ਮਤਲਬ ਕਿ ਵਧਾਈ ਜਾਓ ਕਰੀ ਜਾਓ, ਪਰ ਉਹ ਕਦੀ ਮੀਟ ਨਹੀਂ ਕਰਨਗੇ। they will never intersect, they will never cross each other, they never meet and thus remain at an equal distance from each other at all times। ਦੇਖੋ ਇਹ ਵੀ distance ਇਹਦਾ same ਹੈਗਾ, ਇੱਥੇ ਵੀ ਸੇਮ ਹੈਗਾ, ਇੱਥੇ ਵੀ ਸੇਮ ਹੈਗਾ, ਇੱਥੇ ਵੀ ਸੇਮ ਹੈਗਾ, ਇੱਥੇ ਵੀ ਸੇਮ ਹੈਗਾ। ਇਹਦਾ ਬੈਸਟ ਐਗਜ਼ਾਮਪਲ ਹੈ ਬੱਚੋ ਰੇਲਵੇ ਲਾਈਨ। ਪਟਰੀ ਹੁੰਦੀ ਰੇਲਵੇ ਦੀ, ਉਹ ਦੋ ਜਾਂਦੀਆਂ, ਮਤਲਬ ਕਿੰਨੀ ਦੂਰ ਜਾਂਦੀ ਹੈ। ਪੰਜਾਬ ਤੋਂ ਕਹਿ ਲਓ ਆਪਣਾ ਅੰਮ੍ਰਿਤਸਰ ਤੋਂ ਚੱਲਦੀ ਹੈ ਗੱਡੀ ਤੇ ਨੰਦੇੜ ਹਜ਼ੂਰ ਸਾਹਿਬ ਤੱਕ ਜਾਂਦੀ ਹੈ, ਪਰ ਦੋਨੋਂ ਲਾਈਨਾਂ ਜਿਹੜੀਆਂ ਰੇਲਵੇ ਦੀਆਂ ਕਦੇ ਵੀ ਮਿਲਦੀਆਂ ਨਹੀਂ, ਦੇ ਆਰ ਆਲਵੇਜ਼ ਪੈਰਲਲ। ਸੋ ਉਸ ਤਰ੍ਹਾਂ ਦੀ ਲਾਈਨਾਂ ਜਿਹੜੀਆਂ ਉਹਨਾਂ ਵਿੱਚ ਦੂਰੀ, ਜਿੱਦਾਂ ਇੱਕ ਪੜਵੇ ਦੀ ਰੇਲਵੇ ਦੀ ਪਟਰੀ ਇਹ ਹੈਗੀ ਤੇ ਦੂਜੀ ਇਹ ਹੈਗੀ ਮੰਨ ਲਓ, ਤੇ ਇਹਨਾਂ ਜਿਹੜੀ ਦੂਰੀ ਹੈ ਕਿਤੇ ਵੀ ਨਾਪ ਲਓ, ਚਾਹੇ ਉਹ ਅੰਮ੍ਰਿਤਸਰ ਵਿੱਚ ਜਾ ਕੇ ਨਾਪੋ,
ਇਹ ਦੂਰੀ ਸੇਮ ਹੋਏਗੀ। ਦਰਬਾਰ ਸਾਹਿਬ ਜਾ ਕੇ ਅੰਮ੍ਰਿਤਸਰ ਨਾਪੋ ਜਾਂ ਫਿਰ ਤੁਸੀਂ ਨੰਦੇੜ ਸਾਹਿਬ ਜਾ ਕੇ ਨਾਪ ਲਓ, ਜਾਂ ਵਿੱਚ ਜਿਹੜਾ ਰਸਤਾ ਹੈ ਦਿੱਲੀ ਆਉਂਦਾ, ਜਲੰਧਰ ਆਉਂਦਾ, ਜਾਂ ਹੋਰ ਜਿਹੜੇ ਸਟੇਸ਼ਨ ਮਰਜ਼ੀ ਆਉਂਦੇ ਨੇ, ਜਿੱਥੇ ਵੀ ਕਿਤੇ ਦੇਖ ਲਓ ਕਿ ਇਹ ਦੂਰੀ ਜਿਹੜੀ ਹੈਗੀ ਸੇਮ ਹੋਏਗੀ, ਉਹ ਲਾਈਨਾਂ ਨੂੰ ਕਿਹਾ ਜਾਂਦਾ ਹੈ ਪੈਰਲਲ ਲਾਈਨਸ। ਠੀਕ ਹੈ, ਸੋ ਜਦੋਂ ਲਾਈਨਾਂ ਮਿਲਦੀਆਂ ਨੇ ਇੱਕ ਦੂਜੇ ਨਾਲ, ਦੈਨ ਦੇ ਆਰ ਨੋਨ ਐਸ ਪੈਰਲਲ ਲਾਈਨਸ। ਤੇ ਉਹਦੀ ਨਿਸ਼ਾਨੀ ਇਹ ਹੁੰਦੀ ਹੈ ਕਿ ਕਿਤੇ ਵੀ ਕਿਸੇ ਵੀ ਸਟੇਜ ਤੇ ਉਹਨਾਂ ਵਿੱਚ ਜਿਹੜੀ ਦੂਰੀ ਹੈਗੀ ਹੈ, ਡਿਸਟੈਂਸ ਹੈਗਾ, ਉਹ ਸੇਮ ਰਹਿੰਦਾ ਹੈ, ਕੌਨਸਟੈਂਟ ਰਹਿੰਦਾ ਹੈ। ਇਨ ਦੀ ਗਿਵਨ ਫਿਗਰ ਲਾਈਨ ਐਲ, ਦੇਖੋ ਐਲ ਲਾਈਨ ਹੈਗੀ ਹੈ, ਇਸ ਪੈਰਲਲ ਟੂ ਲਾਈਨ ਐਮ, ਐਮ ਲਾਈਨ ਹੈਗੀ ਹੈ, ਇਹ ਨੀਲੇ ਰੰਗ ਦੀ ਐਲ ਹੈ, ਲਾਲ ਰੰਗ ਦੀ ਐਮ ਹੈ, ਤੇ ਇਹ ਇਹਦੇ ਪੈਰਲਲ ਹੈ। ਸੋ ਅਸੀਂ ਇਹਦਾ ਸਿੰਬਲ ਇਦਾਂ ਦੋ ਡੰਡੇ ਖਾ ਲਓ, ਇਹਦਾ ਮਤਲਬ ਐਲ ਇਜ਼ ਪੈਰਲਲ ਟੂ ਐਮ। ਠੀਕ ਹੈ, ਐਲ ਪੈਰਲਲ ਟੂ ਐਮ, ਐਲ ਪੈਰਲਲ ਟੂ ਐਮ, ਐਂਡ ਐਮ ਔਰ ਐਮ ਪੈਰਲਲ ਟੂ ਐਲ। ਮੈਂ ਐਮ ਨੂੰ ਇੱਥੇ ਲਿਖ ਦੇਵਾਂ, ਐਲ ਨੂੰ ਇੱਥੇ ਲਿਖ ਦੇਵਾਂ, ਕੋਈ ਫਰਕ ਨਹੀਂ ਪਏਗਾ। ਸੋ ਐਲ ਇਜ਼ ਪੈਰਲਲ ਟੂ ਐਮ, ਐਮ ਇਜ਼ ਪੈਰਲਲ ਟੂ ਐਲ। ਠੀਕ ਹੈ, ਹੁਣ ਆ ਗਿਆ ਬੱਚੋ ਤੀਸਰਾ ਪੁਆਇੰਟ, ਵੈਰੀ ਇੰਪॉर्टेंट, ट्रांसवर्सल। ट्रांसवर्सल ਇਹ ਥੋੜਾ ਦੇਖਣਾ, ਇਹਨੂੰ ਬੜੇ ਧਿਆਨ ਦੇ ਨਾਲ। ਠੀਕ ਹੈ, a transversal is a line that intersects two or more lines, ਦੋ ਜਾਂ ਦੋ ਤੋਂ ਜ਼ਿਆਦਾ ਲਾਈਨਾਂ ਨੂੰ ਜਿਹੜੇ ਕੱਟੇ in a given plane at distinct points, distinct ਮਤਲਬ ਵੱਖਰੇ ਵੱਖਰੇ ਪੁਆਇੰਟਾਂ ਦੇ ਕੱਟੇ, ਸੇਮ ਪੁਆਇੰਟ ਦੇ ਨਹੀਂ। ਅਗਰ ਮੰਨ ਲਓ ਕਿ ਜਿਹੜੀ ਇਹ ਲਾਈਨ ਜਿਹੜੀ ਹੈਗੀ ਹੈ, ਇਹ ਇੱਥੋਂ ਦੀ ਜਾਵੇ ਇੱਧਰ ਇੱਕੋ ਪੁਆਇੰਟ ਤੋਂ, ਫਿਰ ਉਹ ਟਰਾਂਸਵਰਸਲ ਨਹੀਂ ਹੋਏਗੀ। ਠੀਕ ਹੈ, ਇਸ ਲਾਈਨ ਨੇ ਇਸ ਲਾਈਨ ਨੂੰ ਇਸ ਪੁਆਇੰਟ ਤੇ ਕੱਟਿਆ, ਤੇ ਇਸ ਲਾਈਨ ਨੂੰ ਇਸ ਪੁਆਇੰਟ ਤੇ ਕੱਟਿਆ, ਡਿਸਟਿੰਕਟ ਵੱਖਰੇ ਵੱਖਰੇ ਪੁਆਇੰਟ। ਸੋ ਡਿਸਟਿੰਕਟ ਮਾਨੇ ਡਿਫਰੈਂਟ ਪੁਆਇੰਟਸ। ਸੋ ਅ ਟਰਾਂਸਵਰਸਲ ਇਜ਼ ਅ ਲਾਈਨ that intersects two or more lines in a given plane। given plane ਦਾ ਮਤਲਬ ਹੁੰਦਾ ਹੈ ਇੱਕੋ ਸ਼ੀਟ ਹੋਵੇ, ਇੱਕੋ ਦੀਵਾਰ ਹੋਵੇ, ਇੱਕੋ ਫਰਸ਼ ਹੋਵੇ, ਇੱਕੋ ਪਲੇਨ ਹੋਵੇ। ਠੀਕ ਹੈ, at distinct points, ਅਲੱਗ ਅਲੱਗ ਪੁਆਇੰਟਾਂ ਤੇ ਕੱਟੇ। the lines may or may not be parallel, ਉਹਦੀ ਲਾਈਨਾਂ ਨੇ ਪੈਰਲਲ ਵੀ ਹੋ ਸਕਦੀਆਂ। ਹੁਣ ਦੇਖੋ ਇਹ ਦੋ ਲਾਈਨਾਂ ਜਿਹੜੀਆਂ ਨੀਲੀਆਂ ਨੇ, ਇਹ ਪੈਰਲਲ ਨਹੀਂ ਹੈਗੀਆਂ, ਬਿਕੋਜ਼ ਇਫ ਆਈ ਐਕਸਟੈਂਡ ਦਿਸ ਲਾਈਨ ਹੇਅਰ, ਇੱਦਾਂ ਲੈ ਕੇ ਜਾਵਾਂ ਤੇ ਇਹਨੂੰ ਇੱਧਰ ਲੈ ਕੇ ਜਾਵਾਂ, ਤੇ ਇੱਥੇ ਆ ਕੇ ਕਿਤੇ they will meet, point of intersection ਆ ਜਾਏਗਾ। so these are intersecting lines, ਇੱਦਾਂ ਜਾ ਕੇ ਇੱਥੇ ਮਿਲ ਜਾਣਗੀਆਂ। ਠੀਕ ਹੈ, ਸੋ ਕਹਿੰਦੇ the lines may or may not be parallel। ਹੁਣ ਪਹਿਲਾ ਕੇਸ ਅਸੀਂ ਲਿਆ ਹੈ where the lines are not parallel। ਠੀਕ ਹੈ, ਫਿਰ ਕਹਿੰਦੇ each line is the transversal for the other two। ਜਦੋਂ ਇਹ ਦੋ ਲਾਈਨਾਂ ਪੈਰਲਲ ਨਹੀਂ ਹੁੰਦੀਆਂ ਤੇ this line is transversal for these two lines, and this blue line is transversal for these two lines, and this line is transversal for these two lines। ਠੀਕ ਹੈ, ਸੋ ਜਦੋਂ ਇਹ ਦੋ ਲਾਈਨਾਂ ਕੋਈ ਵੀ ਇਹਨਾਂ ਚੋਂ ਪੈਰਲਲ ਨਾ ਹੋਣ, then each line is the transversal for the other। so each line is the transversal for the other two। so L is the transversal for M and N, L is the transversal for M and N, M is for L and N, so M is transversal for N and L, and N is transversal for L and M, so N is transversal for L and M। ठीक है, ਸੋ ਇਹ ਜਿਹੜੀ ਚੀਜ਼ ਹੈ ਇਹ ਬੜੀ ਇੰਪੋਰਟੈਂਟ, ਇਹਨੂੰ ਚੰਗੀ ਤਰ੍ਹਾਂ ਸਮਝ ਲਓ, ਇਹਨੂੰ ਦੋ ਤਿੰਨ ਵਾਰ ਪੜੋ ਬਾਰ-ਬਾਰ, ਤਾਂ ਇਹ ਸਮਝ ਆਏਗਾ। ਹੁਣ ਜਿਵੇਂ ਅਸੀਂ ਪੈਰਲਲ ਲਾਈਨ ਦਾ ਕਰਾਂਗੇ ਤਦ ਹੋਰ ਕਲੀਅਰ ਹੋ ਜਾਏਗਾ। ਇਹ ਚੀਜ਼ ਸੇਮ ਮੈਂ ਇੱਥੇ ਰਿਪੀਟ ਕੀਤੀ ਹੈ ਤਾਂ ਕਿ ਹੋਰ ਪੱਕਾ ਹੋ ਜਾਏ। A transversal is a line that intersects two or more lines in a given plane at distinct points। The lines may or may not be parallel। ਇਹ ਤੇ ਸੇਮ ਇੱਥੇ ਲਿਖਿਆ। ਹੁਣ ਇੱਥੇ ਕੇਸ ਹੈਗਾ these two lines are parallel। In the given figure the lines are parallel। ਪਹਿਲੀ ਫਿਗਰ ਵਿੱਚ lines were not parallel, now the lines are parallel। only line P is the transversal for L and M। ਸੋ ਜਿਹੜੀਆਂ ਲਾਈਨਾਂ ਪੈਰਲਲ ਹੁੰਦੀਆਂ ਹੈ ਉਹ ਟਰਾਂਸਵਰਸਲ ਵਿੱਚ ਨਹੀਂ ਆਉਂਦੀਆਂ। so only this line P is transversal for L and M। but if L and M are not parallel, then each line is transversal for the other। P is transversal for L and M, फिर L will be transversal for P and M, and M will be transversal for P and L if L and M are not parallel। ਜੇ L और M parallel ਨਾ ਹੋਣ ਤਾਂ ਹਰ ਇੱਕ ਲਾਈਨ ਬਾਕੀ ਦੋ ਦੇ ਲਈ ਟਰਾਂਸਵਰਸਲ ਮੰਨੀ ਜਾਏਗੀ। ਪਰ L ਅਤੇ M ਪੈਰਲਲ ਲਾਈਆਂ ਨੇ, ਇਸ ਕਰਕੇ L ਔਰ M ਜਿਹੜੀ ਪੈਰਲਲ ਲਾਈਨਾਂ ਨੇ ਉਹ ਟਰਾਂਸਵਰਸਲ ਕਦੀ ਵੀ ਨਹੀਂ ਹੋਣਗੀਆਂ। ਸਿਰਫ ਜਿਹੜੀ ਤੀਸਰੀ ਲਾਈਨ ਹੈ ਜਿਹੜੀ ਕੱਟ ਰਹੀ ਹੈ ਉਹਨਾਂ ਨੂੰ, ਉਹ ਟਰਾਂਸਵਰਸਲ ਹੋਏਗੀ। ਸੋ ਇੱਥੇ ਲਿਖਿਆ ਵੀ ਓਨਲੀ ਲਾਈਨ P is the transversal for L and M। ਠੀਕ ਹੈ ਬੱਚਿਓ, ਸੋ ਇਹ ਖਿਆਲ ਰੱਖਣਾ ਹੈ ਕਿ ਟਰਾਂਸਵਰਸਲ in the case of non parallel lines
and transversal in the case of parallel lines. ਹੁਣ ਬੱਚੋ ਦੇਖੋ ਅਸੀਂ ਜਾਣਦੇ ਹਾਂ ਕਿ ਜਦੋਂ ਲਾਈਨਾਂ ਕ੍ਰਾਸ ਕਰਦੀਆਂ ਅਸੀਂ ਪਹਿਲੇ ਨੋਟਸ ਪਾਰਟ 1 ਵਿੱਚ ਵੀ ਕੀਤਾ ਹੈ, ਜਿਸ 'ਚ ਅਸੀਂ ਵਰਟੀਕਲੀ ਆਪੋਜ਼ਿਟ ਐਂਗਲਸ ਦੀ ਗੱਲ ਕੀਤੀ ਸੀਗੀ, ਹੈ ਨਾ, ਕਿ whenever two lines meet each other, whenever two lines cross each other, we get four angles। ਹੈ ਦੇਖੋ ਜਿੱਦਾਂ ਹੁਣ ਇਹਨਾਂ ਨੇ ਇਹ ਕੱਟੀ ਹੈ ਤੇ ਇਹ ਚਾਰ ਐਂਗਲ ਬਣ ਗਏ ਇੱਥੇ 1 2 3 4, ਇੱਥੇ ਇਹ ਕੱਟੀ ਹੈ ਤੇ ਚਾਰ ਐਂਗਲ ਇੱਥੇ ਬਣ ਗਏ। ਹੁਣ ਬੱਚੇ ਇੱਥੇ ਕੁਛ ਨਾ ਇੱਥੇ ਜੋੜੇ ਬਣ ਜਾਂਦੇ ਨੇ ਹੁਣ, ਕਿਉਂਕਿ ਇੱਕ ਇਹ ਵੀ ਲਾਈਨ ਹੈ, ਇੱਕ ਇਹ ਵੀ ਲਾਈਨ ਹੈਗੀ ਹੈ ਤੇ ਟਰਾਂਸਵਰਸਲ ਹੈਗੀ ਹੈ ਨਾ। ਸੋ ਦੇयर ਆਰ ਵੀ ਹੈਵ ਗੋਟ 8 ਐਂਗਲਸ ਐਂਡ 4 ਪੇਅਰਸ। ਹੁਣ ਦੇਖੋ ਇੱਥੇ ਨਾ ਇਹਨਾਂ ਦੇ ਕੁਝ ਨਾਮ ਹੈਗੇ ਨੇ, ਇਹ ਦੇਖੋ angles made by a transversal with non parallel lines। ਪਹਿਲੇ ਅਸੀਂ non parallel lines ਦੀ ਗੱਲ ਕਰਾਂਗੇ ਤੇ ਫਿਰ ਅਸੀਂ parallel lines ਦੀ ਗੱਲ ਕਰਾਂਗੇ, ਠੀਕ ਹੈ। ਹੁਣ ਦੇਖੋ 3 4 5 6 ਐਂਗਲ ਹੈ, ਦੇਖੋ ਕਿਹੜੇ ਨੇ 3 4 5 6, ਇਹ ਕਿਹਦੇ ਅੰਦਰ ਨੇ, ਇਹ ਦੇਖੋ ਅੰਦਰ ਨੇ, ਇਹ ਦੋ ਲਾਈਨਾਂ ਹੈਗੀਆਂ ਨਾ, ਇਹ ਇਹਦੇ ਅੰਦਰ ਨੇ, ਇਹ ਦੇਖੋ ਅੰਦਰਲੇ ਪਾਸੇ ਆ ਗਏ ਨਾ, ਇਹ ਅੰਦਰਲੇ ਪਾਸੇ ਆ ਗਏ ਹੈ। ਸੋ 3 4 5 6 ਆਰ ਇੰਟੀਰੀਅਰ ਐਂਗਲਸ, ਇੰਟੀਰੀਅਰ ਨੇ ਅੰਦਰਲੇ ਕੋਣ, ਤੇ 1 2 7 8 ਇਹ ਬਾਹਰ ਆ ਗਏ, ਦੇਖੋ 1 2 ਤੇ ਇੱਥੇ 7 ਐਂਡ 8 ਦੇ ਆਰ ਐਕਸਟੀਰੀਅਰ ਐਂਗਲਸ, ਠੀਕ ਹੈ। ਸੋ ਪਹਿਲੀ ਗੱਲ ਤੇ ਪਹਿਲੀ ਜਿਹੜੀ ਇਹਨਾਂ ਦੀ ਹੈਗੀ ਹੈ ਕੀ ਕਹਿੰਦੇ, ਜਿਹਨੂੰ ਕਹਿੰਦੇ ਨੇ ਬ੍ਰੌਡ ਕੈਟੇਗਰਾਈਜੇਸ਼ਨ, ਮੋਟਾ ਜੋ ਹੈ ਉਹ ਇਹ ਵੇ ਕਿ ਜਿਹੜੇ ਐਂਗਲ ਇਸ ਤਰ੍ਹਾਂ ਬਾਹਰਲੇ ਪਾਸੇ ਨੇ, ਇਹ ਵਾਲੇ 2 ਤੇ ਇਹ ਵਾਲੇ 2 4, ਇਹਨਾਂ ਨੂੰ ਕਿਹਾ ਜਾਂਦਾ ਬਾਹਰਲੇ ਕੋਣ ਜਾਂ ਐਕਸਟੀਰੀਅਰ ਐਂਗਲਸ। ਸੋ 1 2 7 8 ਆਰ ਐਕਸਟੀਰੀਅਰ ਐਂਗਲਸ, 3 4 5 6 ਆਰ इंटीरियर एंगल्स, 1 2 7 8 आर एक्सटीरियर एंगल्स। पहली गल तो यह ध्यान च रखनी है। दूजी गल है कि को इंटीरियर एंगल्स, को होंदा मेरे बच्चों मतलब कि ऑन द सेम साइड ऑफ द ट्रायंगल्स ऑफ द ट्रांसवर्सल, एंगल्स ऑन द सेम साइड ऑफ द ट्रांसवर्सल। हुण मान लो ट्रांसवर्सल है, ठीक है, ਇਹਦੀ साइड ਇਹ वाली हैगी एक, दूजी साइड ਇਹ वाली हैगी है। हुण ਇਹ 3 ਤੇ 5 है को इंटीरियर, पहले इंटीरियर किहड़े ने, इंटीरियर 3 4 5 6 ਤੇ on the same side of the interior angle ਕਿਹੜੇ ਨੇ, ਇੱਕ 3 ਹੈਗਾ ਇੱਕ 5 ਹੈਗਾ, ਠੀਕ ਹੈ। ਸੋ pairs of co-interior angles, angles on the same side of the transversal are angle 3 and 5। so 3 and 5 is one pair, ਇੱਕ ਜੋੜਾ of co-interior angles। interior ਤੇ ਹੈ ਪਰ co-interior ਮੈਨੇ on the same side of the transversal। ਤੇ 4 and 6 is the other pair, ਇਹ right hand side ਤੇ ਹੈਗਾ। 3 and 5 ਖੱਬੇ ਪਾਸੇ ਹੈਗੇ ਨੇ ਟ੍ਰਾਂਸਵਰਸਲ ਦੇ, ਤੇ 4 and 6 ट्रांसवर्सल ਦੇ राइट हैंड साइड ਤੇ ਹੈਗੇ ਨੇ, ਸੱਜੇ ਪਾਸੇ ਹੈਗੇ ਨੇ। ਸੋ 4 and 6 is one pair of co-interior angles, 3 and 5 is other pair of co-interior angles। सो बच्चों ਇਹ याद रखना है, exterior angles 1 and 2, exterior angles 7 and 8, interior angles 3 4 5 6। पहले तो आगे इंटीरियर एक्सटीरियर, फिर आगे co-interior 2 pairs, 3 and 5 one pair, 4 and 6 other pair। ਇਹ ਗੱਲ ਨੂੰ ਚੰਗੀ ਤਰ੍ਹਾਂ ਦਿਮਾਗ ਵਿੱਚ ਬਿਠਾ ਲੈਣਾ, ਠੀਕ ਹੈ। ਹੁਣ ਅੱਗੇ ਚੱਲੀਏ, ਹਾਲੇ ਵੀ ਅਸੀਂ ਕੰਟੀਨਿਊ ਕਰ ਰਹੇ ਹਾਂ ਨॉन ਪੈਰਲਲ ਲਾਈਨਸ ਦਾ। ਹੁਣ ਕੁਝ ਹੋਰ ਐਂਗਲਸ ਵੀ ਹੈਗੇ ਨੇ। देयर आर 4 pairs of corresponding angles, 4 ਜੋੜੇ ਨੇ corresponding angles ਜਿਹਨੂੰ ਕਿਹਾ ਜਾਂਦਾ ਸੰਗਤ ਕੋਣ, ਠੀਕ ਹੈ, ਸੰਗਤ ਕੋਣ ਕਿਹਾ ਜਾਂਦਾ ਇਹਨਾਂ ਨੂੰ। ਸੋ corresponding 1 and 5, ਇਹ ਦੇਖੋ ਇਹ 1 ਹੈਗਾ, ਕਿੱਥੇ ਹੈਗਾ, ਖੱਬੇ ਪਾਸੇ ਤੇ ਉੱਪਰ ਹੈਗਾ, ਤੇ ਇਹ ਵੀ ਖੱਬੇ ਪਾਸੇ ਹੈਗਾ ਤੇ ਉੱਪਰ ਹੈਗਾ। ਸੋ 1 and 5 ਇੱਕ ਪੇਅਰ ਹੋ ਗਿਆ। ਫਿਰ 2 ਲੈ ਲਓ ਸੱਜੇ ਪਾਸੇ ਤੇ ਉੱਪਰ ਹੈਗਾ, ਇਹ ਵੀ ਸੱਜੇ ਪਾਸੇ ਤੇ ਉੱਪਰ ਹੈਗਾ। ਸੋ 2 and 6 ਸੈਕਿੰਡ ਪੇਅਰ। ਫਿਰ ਇਹ ਦੇਖੋ 3 ਖੱਬੇ ਪਾਸੇ ਤੇ ਥੱਲੇ ਹੈਗਾ, 7 ਲੈਫਟ ਹੈਂਡ ਸਾਈਡ ਤੇ ਥੱਲੇ ਹੈਗਾ, 3 and 7। ਸੋ 3 and 7 ਥਰਡ ਪੇਅਰ ਆਫ ਕੋਰਸਪੋਂਡਿੰਗ ਐਂਗਲਸ। ਫਿਰ ਆ ਗਿਆ ਬੱਚੋ 4 ਰਾਈਟ ਹੈਂਡ ਸਾਈਡ ਤੇ ਹੈਗਾ, ਸੱਜੇ ਪਾਸੇ ਹੈਗਾ, ਥੱਲੇ ਹੈਗਾ। ਇसी ਤਰ੍ਹਾਂ 8 ਰਾਈਟ ਹੈਂਡ ਸਾਈਡ ਤੇ ਹੈਗਾ ਤੇ ਥੱਲੇ ਹੈਗਾ 8। so 4 and 8। so 1 and 5 one pair of corresponding angles, 2 and 6 second pair of corresponding angles, 3 and 7 third pair of corresponding angles, 4 and 8 fourth pair of corresponding angles, 1 and 5, 2 and 6, 3 and 7, 4 and 8। ठीक है बच्चों, ਇਹ ਹੈਗੇ ਨੇ 4 corresponding angles। ਹੁਣ ਆ ਗਿਆ ਬੱਚਿਓ 4 alternate angles। ਕਿਹੜੇ ਨੇ 4 alternate angles, ਤੇ ਅੱਗੇ ਇਹਦੀ ਦੋ ਗਰੁੱਪ ਹੈਗੇ ਨੇ। ਇੱਕ ਨੂੰ ਕਿਹਾ ਜਾਂਦਾ 2 alternate interior angles ਤੇ 2 alternate exterior angles। ਇਹ ਦੇਖੋ 2 pairs of alternate interior angles, 3 and 6, 3 6
ਅਲਟਰਨੇਟ ਹੈ। ਦੇਖੋ ਇੱਧਰ ਇਹ ਅੰਦਰਲਾ ਤੇ ਖੱਬੇ ਪਾਸੇ, ਇਹ ਅੰਦਰਲਾ ਤੇ ਸੱਜੇ ਪਾਸੇ 3 and 6, ਠੀਕ ਹੈ। ਫਿਰ 4 and 5 ਅੰਦਰਲਾ ਸੱਜੇ ਪਾਸੇ ਤੇ ਇੱਧਰ ਅੰਦਰਲਾ ਖੱਬੇ ਪਾਸੇ, ਮਤਲਬ ਇੱਕ ਸੱਜਾ ਹੋਏਗਾ ਇੱਕ ਖੱਬਾ ਹੋਏਗਾ, ਇਹ ਖੱਬਾ ਹੋਏਗਾ ਤੇ ਇਹ ਸੱਜਾ ਹੋਏਗਾ, ਦੋਨੋਂ ਅੰਦਰਲੇ ਨੇ। ਇਹ ਕਿਹੜੇ ਹੋ ਗਏ? ਇੰਟੀਰੀਅਰ ਅਲਟਰਨੇਟ ਐਂਗਲਸ। ਹੁਣ ਬੱਚਿਓ ਬਾਹਰਲੇ ਲੈ ਲੈਂਦੇ ਆ। ਇਹ ਬਾਹਰ ਹੈਗਾ ਇੱਕ ਖੱਬੇ ਪਾਸੇ, ਇਹ ਬਾਹਰ ਹੈਗਾ ਸੱਜੇ ਪਾਸੇ, 1 और 8, 1 और 8। ਇਹ ਬਾਹਰ ਹੈਗਾ 2 ਸੱਜੇ ਪਾਸੇ, ਇਹ ਬਾਹਰ ਹੈਗਾ ਖੱਬੇ ਪਾਸੇ, ਸੋ 2 और 7। ਇਹ ਹੋ ਗਏ ਅਲਟਰਨੇਟ ਐਕਸਟੀਰੀਅਰ ਐਂਗਲਸ, ਹੈਗੇ ਦੋਨੋਂ ਅਲਟਰਨੇਟ ਨੇ, ਠੀਕ ਹੈ ਨਾ, ਦੋਨੋਂ ਪੇਅਰ। ਤੇ ਫਿਰ ਕਿੰਨੇ ਹੋ ਗਏ? 1 2 3 4। ਸੋ ਜਿਹਦਾ 4 ਪੇਅਰ ਕੋਰਸਪੋਂਡਿੰਗ ਐਂਗਲ ਦੇ ਸੀਗੇ, ਪਰ ਕੋਰਸਪੋਂਡਿੰਗ ਵਿੱਚ ਬੱਚੋ ਐਕਸਟੀਰੀਅਰ ਇੰਟੀਰੀਅਰ ਕੁਝ ਨਹੀਂ ਹੁੰਦਾ। ਇਹ ਸਾਰੇ ਚਾਰੋਂ ਜਿਹੜੇ ਨੇ ਇਹ ਹੈਗੇ ਨੇ ਅਲਟਰਨੇਟ ਐਂਗਲਸ, ਪਰ ਅੱਗੇ ਇਹਨਾਂ ਦਾ ਵੰਡ ਕਰ ਦਿੱਤੀ ਹੈ। ਇਹਨਾਂ ਚੋਂ 2 ਹੈਗੇ ਨੇ ਅਲਟਰਨੇਟ ਇੰਟੀਰੀਅਰ ਐਂਗਲਸ ਜਿਹੜੇ ਅੰਦਰਲੇ ਪਾਸੇ ਨੇ, 3 and 6 1 ਪੇਅਰ, 4 and 5 2nd ਪੇਅਰ, ਅਲਟਰਨੇਟ ਇੰਟੀਰੀਅਰ ਐਂਗਲਸ। ਫਿਰ ਆ ਗਏ ਅਲਟਰਨੇਟ ਐਕਸਟੀਰੀਅਰ ਐਂਗਲਸ, 1 and 8, 1 and 8, 2 and 7, 2 and 7। ਇਹ ਹੋ ਗਏ ਅਲਟਰਨੇਟ ਐਕਸਟੀਰੀਅਰ ਐਂਗਲਸ। ਸੋ 2 ਅਲਟਰਨੇਟ ਐਕਸਟੀਰੀਅਰ ਐਂਗਲਸ ਤੇ 2 ਪੇਅਰ ਅਲਟਰਨੇਟ ਇੰਟੀਰੀਅਰ ਐਂਗਲਸ। ਵੈਰੀ ਇੰਪੋਰਟੈਂਟ ਬੱਚੋ, ਚੰਗੀ ਤਰ੍ਹਾਂ ਇਹਨਾਂ ਨੂੰ ਪੜ੍ਹੋ, ਬਾਰ-ਬਾਰ 4-4 ਵਾਰ 5-5 ਵਾਰ ਪੜ੍ਹੋ। ਇਹ ਸਾਰੇ ਸਵਾਲ ਇਹਨਾਂ ਦੇ ਆਧਾਰ ਤੇ ਹੋਣਗੇ। ਜੇ ਤੁਸੀਂ ਇਹ ਨੋਟਸ ਵਾਲੇ ਦੋਨੋਂ ਵੀਡੀਓ ਨੂੰ ਚੰਗੀ ਤਰ੍ਹਾਂ ਸਮਝ ਲਿਆ, ਸਵਾਲ ਤੁਹਾਡੇ ਸਾਰੇ ਚੁਟਕੀ ਵਿੱਚ ਹੋ ਜਾਣਗੇ, ਠੀਕ ਹੈ। ਹੁਣ ਆ ਗਿਆ ਬੱਚੋ ਸਪੈਸ਼ਲ ਕੇਸ। ਹੁਣ ਜੇ ਲਾਈਨ ਪੈਰਲਲ ਹੋਵੇ ਤਾਂ ਫਿਰ ਕੀ ਹੁੰਦਾ ਹੈ, ਠੀਕ ਹੈ। ਹੁਣ ਬੜਾ ਮਜ਼ੇਦਾਰ ਆਏਗਾ ਸਵਾਲ, ਮਤਲਬ ਕਿ ਇਸ ਤੋਂ ਬਾਅਦ ਜਿਹੜੇ ਸਵਾਲ ਜਿਹੜੇ ਨੇ ਇਹਨਾਂ ਤੇ ਹੀ ਸਾਰੇ ਆਧਾਰਿਤ ਹੈਗੇ ਨੇ ਤੁਹਾਡੀ ਐਕਸਰਸਾਈਜ਼ ਦੇ, ਠੀਕ ਹੈ। ਹੁਣ ਜਿੱਲੇ ਅਸੀਂ ਪੜ੍ਹ ਲਿਆ ਕੋਰਸਪੋਂਡਿੰਗ ਐਂਗਲ ਕਿਹੜੇ ਹੁੰਦੇ ਨੇ, 4 ਹੁੰਦੇ ਨੇ ਕੋਰਸਪੋਂਡਿੰਗ ਐਂਗਲ, ਹੈ ਨਾ, 1 और 7, 2 और 8, सॉरी 1 और 5, 2 और 6, 3 और 7, 4 और 8, ठीक है। पर बच्चों की है जे अगर लाइना पैरेलल होण, एंगल्स मेड बाय अ ट्रांसवर्सल विद पैरेलल लाइंस, जे ਇਹ ਦੋਨੋਂ ਲਾਈਨਾਂ ਪੈਰਲਲ ਹੋਣ ਤੇ ਫਿਰ ਇਹ ਸਾਰੇ ਕੋਰਸਪੋਂਡਿੰਗ ਦੇ ਜੋੜੇ ਜਿਹੜੇ ਨੇ ਬਰਾਬਰ ਹੁੰਦੇ ਨੇ। all the 4 pairs of corresponding angles are equal। ਜਿਹੜੇ ਲਾਈਨਾਂ ਪੈਰਲਲ ਨਹੀਂ ਹੁੰਦੀਆਂ ਉਦੋਂ ਇਕੁਅਲ ਨਹੀਂ ਹੁੰਦੇ, ਉਹ ਹੁੰਦੇ ਕੋਰਸਪੋਂਡਿੰਗ ਐਂਗਲ ਨੇ, ਜੋੜੇ ਹੁੰਦੇ ਨੇ ਪਰ ਉਹ ਬਰਾਬਰ ਨਹੀਂ ਹੁੰਦੇ। ਪਰ ਜਦੋਂ ਲਾਈਨਾਂ ਪੈਰਲਲ ਹੋਣ ਫਿਰ ਉਹ ਬਰਾਬਰ ਹੁੰਦੇ ਨੇ। ਇੱਕ 5 ਦੇ ਬਰਾਬਰ ਹੋਏਗਾ, ਇੱਕ 5 ਦੇ ਬਰਾਬਰ ਹੋਏਗਾ, 2 6 ਦੇ ਬਰਾਬਰ ਹੋਏਗਾ, 2 6 ਦੇ ਬਰਾਬਰ ਹੋਏਗਾ, 3 7 ਦੇ ਬਰਾਬਰ ਹੋਏਗਾ, 3 7 ਦੇ ਬਰਾਬਰ ਹੋਏਗਾ, 4 8 ਦੇ ਬਰਾਬਰ ਹੋਏਗਾ, 4 8 ਦੇ ਬਰਾਬਰ ਹੋਏਗਾ। ਬੜਾ ਕਮਾਲ ਦਾ ਬੱਚਿਓ ਇਹ ਸਿਧਾਂਤ ਹੈਗਾ, ਠੀਕ ਹੈ। ਔਰ ਬੜੇ ਇੰਟਰਸਟਿੰਗ ਇਹਦੇ ਨਾਲ ਸਵਾਲ ਜਿਹੜੇ ਹੱਲ ਹੁੰਦੇ ਨੇ, ਜੇ ਸਾਨੂੰ ਇਹ ਗੱਲ ਸਮਝ ਆ ਜਾਏ ਤਾਂ, ਠੀਕ ਹੈ। ਅੱਗੇ ਚਲੀਏ, ਕਹਿੰਦੇ all the 4 pairs of alternate, ਜਿਹੜਾ 4 ਜੋੜੇ ਕੋਰਸਪੋਂਡਿੰਗ ਐਂਗਲ ਦੇ, 4 ਜੋੜੇ ਅਲਟਰਨੇਟ ਦੇ, ਉਹ ਚੋਂ 2 ਇੰਟੀਰੀਅਰ ਤੇ 2 ਐਕਸਟੀਰੀਅਰ ਐਂਗਲਸ ਆਰ ਇਕੁਅਲ। ਇਹ ਵੀ ਇਕੁਅਲ ਹੁੰਦੇ ਨੇ। ਇਹਦਾ ਮਤਲਬ ਕਿ 3 equal to 6, 3 equal to 6, 4 equal to 5, 4 equal to 5, ਤਾਂ ਜਦੋਂ ਲਾਈਨਾਂ ਪੈਰਲਲ ਹੋਣ। ਇਸੇ ਤਰ੍ਹਾਂ 1 equal to 8, 1 equal to 8, 2 equal to 7, 2 equal to 7। ਬੜੀ ਕਮਾਲ ਦੀ ਗੱਲ ਹੈ ਬੱਚਿਓ। ਜੇ ਇਹਦਾ ਪੈਰਲਲ ਲਾਈਨਾਂ ਸਾਨੂੰ ਹੋਣ ਨਾ, ਜਿਹੜੇ ਸਵਾਲ ਆਣਗੇ ਤੁਸੀਂ ਦੇਖੋਗੇ, ਜੇ ਸਾਨੂੰ ਸਿਰਫ ਇੱਕ ਐਂਗਲ ਪਤਾ ਹੋਵੇ, ਇੱਕ ਐਂਗਲ ਕੋਈ ਵੀ ਇਹਨਾਂ 8 ਚੋਂ ਇੱਕ ਐਂਗਲ ਪਤਾ ਹੋਵੇ, ਬਾਕੀ ਸਾਰੇ ਐਂਗਲ ਆਪਣੇ ਆਪ ਨਿਕਲ ਆਉਂਦੇ ਨੇ, ਸਾਰੇ ਦੇ ਸਾਰੇ। ਇੰਨੀ ਮਜ਼ੇਦਾਰ ਚੀਜ਼ ਹੈਗੀ ਹੈ, ਇੰਨੀ ਰੋਚਕ ਚੀਜ਼ ਹੈ, ਇੰਨੀ ਵਧੀਆ ਬੁਝਾਰਤ, ਵਧੀਆ ਪਜ਼ਲ ਹੈਗੇ ਨੇ ਇਹ ਸਵਾਲ ਵਾਲੇ ਤੁਹਾਡੇ। ਸੋ ਇਹ 8 ਐਂਗਲ ਚੋਂ ਜੇ ਸਾਨੂੰ ਸਿਰਫ ਇੱਕ ਐਂਗਲ ਪਤਾ ਹੋਵੇ, ਬਾਕੀ ਸਾਰੇ ਐਂਗਲ ਨਿਕਲ ਜਾਣਗੇ। ਇਹ ਦੇਖੋ ਜਿਹੜੇ ਐਕਸਰਸਾਈਜ਼ ਕਰਾਂਗੇ ਨਾ, ਉਹ 'ਚ ਸਵਾਲ ਆਉਣਗੇ ਇੱਦਾਂ ਦੇ, ਠੀਕ ਹੈ ਬੱਚਿਓ। ਸੋ ਇਫ ਲਾਈਨਸ ਆਰ ਪੈਰਲਲ, all the 4 pairs of corresponding angles are equal, all the 4 pairs of alternate angles are equal। ਤੇ ਅਗਲਾ ਆ ਗਿਆ ਬੱਚੋ ਇੱਕ ਹੋਰ ਸਿਧਾਂਤ ਬੜਾ ਮਜ਼ੇਦਾਰ, ਉਹ ਹੈਗਾ ਕੋ ਇੰਟੀਰੀਅਰ ਐਂਗਲਸ। ਦੋ ਜੋੜੇ ਹੁੰਦੇ ਨਾ, ਇਸੇ ਦੋ ਜੋੜੇ, ਇਹ ਦੇਖੋ 3 और 5 ਤੇ 4 और 6। ਜੇ ਬੱਚੋ ਲਾਈਨਾਂ ਪੈਰਲਲ ਹੋਣ ਫਿਰ ਤੇ ਕਮਾਲ ਹੋ ਜਾਂਦਾ। ਫਿਰ ਪਤਾ ਕੀ ਹੁੰਦਾ, both the pairs of co interior angles are supplementary। ਹੁਣ ਮੈਂ ਇੱਥੇ ਸਪਲੀਮੈਂਟਰੀ ਲਿਖਿਆ ਕਿਉਂਕਿ ਮੈਂ ਸਪਲੀਮੈਂਟਰੀ ਦੀ ਵਿਆਖਿਆ ਨੋਟਸ ਪਾਰਟ 1 ਵਿੱਚ ਕਰ ਚੁੱਕਾ ਹਾਂ। ਸਪਲੀਮੈਂਟਰੀ ਐਂਗਲ ਕਿਹੜੇ ਹੁੰਦੇ ਨੇ ਬੱਚਿਓ, any two angles whose sum is 180 degree are known as supplementary angles। ਸੋ ਸਪਲੀਮੈਂਟਰੀ ਐਂਗਲ ਦਾ ਮਤਲਬ ਹੈ ਉਹਨਾਂ ਦਾ ਜੋੜ 180 ਡਿਗਰੀ ਹੋਏਗਾ। ਤੇ ਮੈਂ ਕਹਿ ਰਿਹਾ both the pairs of co-interior angles are supplementary। ਇਹਦਾ ਮਤਲਬ ਕੀ ਹੋਇਆ, 3 ਜਮਾ 5 is equal to 180 degree, angle 3 plus angle 5 is equal to 180 degree, and angle 4 plus angle 6 is equal to 180 degree।
ਸੋ ਬੱਚਿਓ ਬੜੇ ਹੀ ਇੰਟਰਸਟਿੰਗ ਹੈ ਰਿਜ਼ਲਟਸ ਜਿਹੜੇ ਹੈਗੇ ਨੇ। ਰਿਜ਼ਲਟ ਇਹਨੂੰ ਕਹਿੰਦੇ ਵੀ ਇਹ ਜੋ ਸਿੱਟੇ ਕੱਢੇ ਹੋਏ ਨੇ, ਸਿਧਾਂਤ ਹੈਗੇ ਨੇ ਕੋਰਸਪੋਂਡਿੰਗ ਐਂਗਲ ਦੇ, ਆਲਟਰਨੇਟ ਐਂਗਲ ਦੇ ਤੇ ਕੋ ਇੰਟੀਰੀਅਰ ਐਂਗਲਸ ਦੇ। ਇਹ ਤਿੰਨ ਸਿਧਾਂਤ ਇਹਨਾਂ ਨੂੰ ਤੁਸੀਂ ਚੰਗੀ ਤਰ੍ਹਾਂ ਪੱਕੇ ਕਰ ਲੈਣਾ ਹੈ। ਔਰ ਇਹ ਦੇਖਣਾ ਤੁਸੀਂ 8ਵੀਂ 9ਵੀਂ 10ਵੀਂ ਤੱਕ ਇਹ ਚੀਜ਼ਾਂ ਤੁਹਾਡੀਆਂ ਵਰਤੀਆਂ ਜਾਣਗੀਆਂ ਹਮੇਸ਼ਾ ਬੜੇ ਸਾਰੇ ਸਵਾਲਾਂ ਦੇ ਵਿੱਚ। ਸੋ ਇਹ 7ਵੀਂ ਦੀ ਕਲਾਸ ਵਿੱਚ ਹੀ ਤੁਸੀਂ ਇਹ ਗੱਲਾਂ ਨੂੰ ਚੰਗੀ ਤਰ੍ਹਾਂ ਪੱਕੇ ਕਰ ਲੈਣਾ ਹੈ। ਨੋਟਸ ਬਣਾ ਕੇ ਬੜੇ ਡਿਟੇਲ ਵਿੱਚ ਤੁਹਾਨੂੰ ਚੰਗੀ ਤਰ੍ਹਾਂ ਸਮਝਾ ਦਿੱਤਾ ਹੈ ਤੇ ਤੁਸੀਂ ਇਹਨਾਂ ਦਾ ਬੜਾ ਪੱਕਾ ਅਭਿਆਸ ਕਰ ਲੈਣਾ। ਫਿਰ ਦੇਖੋ ਬੱਚੇ ਤੁਹਾਡੇ ਗਣਿਤ ਵਿੱਚ 100 ਵਿੱਚੋਂ 100 ਨੰਬਰ ਆਉਣਗੇ, ਇਹ ਮੇਰੀ ਗਾਰੰਟੀ ਹੈ। ਠੀਕ ਹੈ, ਸੋ ਇਸੇ ਤਰ੍ਹਾਂ ਮਨ ਲਾ ਕੇ ਲਗਨ ਦੇ ਨਾਲ, ਨਿਰੰਤਰਤਾ ਦੇ ਨਾਲ, ਅਨੁਸ਼ਾਸਨ ਨਾਲ ਤੁਸੀਂ ਆਪਣੀ ਪੜ੍ਹਾਈ ਕਰੀ ਚਲੋ। ਇਸ ਵੀਡੀਓ ਦੇ ਨਾਲ ਇਸ ਚੈਪਟਰ ਦੇ ਨੋਟਸ ਐਂਡ ਡੈਫੀਨੇਸ਼ਨਸ, ਐਕਸਪਲੇਨੇਸ਼ਨ ਸਾਰੀ ਸਮਾਪਤ ਹੁੰਦੀ ਹੈ ਤੇ ਅਗਲੇ ਵੀਡੀਓ ਵਿੱਚ ਅਸੀਂ ਇਸ ਚੈਪਟਰ ਦੀਆਂ ਜਿਹੜੀ ਐਕਸਰਸਾਈਜ਼ਸ ਹੈਗੀਆਂ ਨੇ ਉਹਨਾਂ ਦੇ ਸੋਲੂਸ਼ਨਸ ਲੈ ਕੇ ਆਵਾਂਗੇ। ਤੇ ਅਗਲੇ ਵੀਡੀਓ ਤੱਕ ਲਈ ਗੁੱਡ ਬਾਏ। ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ। ਰੱਬ ਰਾਖਾ। ਥੈਂਕ ਯੂ ਵੈਰੀ ਮਚ।